ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਵੀਡੀਓ ਹੈ ਉਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ ਆਪਾਂ ਵਿਚਾਰ ਕਰਾਂਗੇ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਨ 1621 ਈਸਵੀ ਨੂੰ 1 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਪਿਤਾ ਸ਼੍ਰੀ ਹਰਗੋਬਿੰਦ ਜੀ ਤੇ ਮਾਤਾ ਨਾਨਕੀ ਦੇ ਗ੍ਰਹਿ ਵਿਖੇ ਹੋਇਆ। ਘਰ ਵਿੱਚ 6 ਭੈਣ ਭਰਾ ਸਨ। ਇਹਨਾਂ ਤੋਂ 4 ਵੱਡੇ ਭਰਾ ਸਨ ਤੇ ਇੱਕ ਵੱਡੀ ਭੈਣ ਸੀ। ਇਸ ਸਭ ਤੋਂ ਛੋਟੇ ਸਨ। ਮੁੱਢਲਾ ਜੀਵਨ 9 ਸਾਲ ਦਾ ਅੰਮ੍ਰਿਤਸਰ ਵਿਖੇ ਬਤੀਤ ਹੋਇਆ। ਉਸ ਤੋਂ ਉਪਰੰਤ ਗੁਰੂ ਸਾਹਿਬ ਸਾਰਾ ਜੀਵਨ ਬਾਬੇ ਬਕਾਲੇ ਜਾਂ ਹੋਰ ਜਿੱਥੇ ਵੀ ਪ੍ਰਚਾਰ ਫੇਰੀ ਕਰਨ ਜਾਂਦੇ ਸੀ, ਉਹਨਾਂ ਦਾ ਹੈੱਡਕੁਆਟਰ ਬਾਬਾ ਬਕਾਲਾ ਹੀ ਰਿਹਾ। ਉਹ ਉੱਥੇ ਹੀ ਸਾਰਾ ਜੀਵਨ ਬਤੀਤ ਕੀਤਾ। ਜਦੋਂ ਸਨ 1664 ਈਸਵੀ ਵਿੱਚ ਸ਼੍ਰੀ ਹਰਕ੍ਰਿਸ਼ਨ ਜੀ ਮਹਾਰਾਜ ਦਿੱਲੀ ਵਿੱਚ ਜੋਤੀ ਜੋਤ ਸਮਾਜ ਆਉਂਦੇ ਹਨ ਤਾਂ ਉਹਨਾਂ ਨੇ ਅੱਗੋਂ ਸਿੱਖਾਂ ਨੂੰ ਕਿਹਾ ਬਾਬਾ ਬਕਾਲੇ ਤਾਂ ਭਾਵ ਰਿਸ਼ਤੇ ਵਿੱਚ ਬਾਬਾ ਹੀ ਲੱਗਦੇ ਸਨ। ਵੈਸੇ ਵੀ ਗੁਰੂ ਸਾਹਿਬਾਨ ਨੂੰ ਬਾਬਾ ਕਹਿਣ ਦਾ ਇਹ ਲਫ਼ਜ਼ ਜਿਹੜਾ ਬਾਬਾ ਇਹ ਬਹੁਤ ਪ੍ਰਚਲਿਤ ਸੀ। ਖੈਰ ਗੁਰਗੱਦੀ 1664 ਈਸਵੀ ਵਿੱਚ ਮਿਲੀ। ਉਸ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਉਹਨਾਂ ਨੇ ਆਪਣਾ ਜੋ ਹੈ ਸਥਾਨ ਬਣਾਇਆ। ਉੱਥੇ ਇੱਕ ਨਵਾਂ ਨਗਰ ਵਸਾਇਆ। ਉਸ ਤੋਂ ਉਪਰੰਤ ਉੱਥੋਂ ਚੱਲ ਕੇ ਸਾਹਿਬ ਪ੍ਰਚਾਰ ਦੌਰੇ ਤੇ ਨਿਕਲ ਗਏ। ਬਹੁਤ ਲੰਬੇ ਪ੍ਰਚਾਰ ਦੌਰੇ ਤੇ ਪੰਜਾਬ ਤੋਂ ਲੈ ਕੇ ਅਸਾਮ ਤੱਕ ਹਰ ਜਗ੍ਹਾ ਰਾਸਤੇ ਵਿੱਚ ਪ੍ਰਚਾਰ ਕਰਦੇ ਹੋਏ ਪਰਿਵਾਰ ਨੂੰ ਪਿੱਛੇ ਪਟਨਾ ਸਾਹਿਬ ਵਿਖੇ ਸਥਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜੋ ਗੁਰੂ ਤੇਗ ਬਹਾਦਰ ਦੇ ਸੁਪੁੱਤਰ ਸਨ ਉਹ ਪਟਨਾ ਸਾਹਿਬ ਵਿਖੇ ਹੋਇਆ। ਹਾਲੇ ਉਹ 5-6 ਸਾਲ ਦੀ ਇਹ ਉਮਰ ਸੀ ਗੁਰੂ ਗੋਬਿੰਦ ਸਿੰਘ ਦੀ। ਉਦੋਂ ਫਿਰ ਪੰਜਾਬ ਵਾਪਸ ਆਉਣਾ ਹੋਇਆ। ਔਰੰਗਜ਼ੇਬ ਦਾ ਰਾਜ ਸੀ। ਔਰੰਗਜ਼ੇਬ ਜੋ ਹੈ ਬਹੁਤ ਪ੍ਰਜਾ ਤੇ ਜ਼ੁਲਮ ਢਾ ਰਿਹਾ ਸੀ ਔਰ ਉਹਦੇ ਮਨ ਵਿੱਚ ਧਰਮਾਂ ਦੇ ਬਾਰੇ ਬਹੁਤ, ਇਸਲਾਮ ਤੋਂ ਇਲਾਵਾ ਬਾਕੀ ਧਰਮਾਂ ਬਾਰੇ, ਖਾਸ ਕਰਕੇ ਹਿੰਦੂ ਧਰਮ ਬਾਰੇ ਬਹੁਤ ਨਫ਼ਰਤ ਸੀ। ਉਸ ਦੀ ਸੋਚ ਸੀ ਕਿ ਸੰਸਾਰ ਦੇ ਵਿੱਚ ਇੱਕ ਹੀ ਧਰਮ ਸਭ ਤੋਂ ਵਧੀਆ ਹੈ, ਇਸਲਾਮ ਹੈ। ਹਰ ਬੰਦੇ ਨੂੰ ਇਸਲਾਮ ਕਬੂਲ ਕਰਨਾ ਚਾਹੀਦਾ ਹੈ। ਇਤਨੀ ਉਸਦੀ ਕੱਟੜ ਨੀਤੀ ਸੀ ਕਿ ਜਿਹੜੇ ਨਵੇਂ ਮੰਦਰ ਜਿੰਨੇ ਵੀ ਬਣੇ ਸਨ ਉਹਨਾਂ ਨੂੰ ਢਵਾ ਦਿੱਤਾ ਸੀ ਤੇ ਹੋਰ ਨਵੇਂ ਮੰਦਰ ਬਣਾਉਣ ਦੀ ਆਗਿਆ ਨਹੀਂ ਸੀ। ਕਈ ਤਰ੍ਹਾਂ ਦੇ ਧਰਮ ਦੇ ਉੱਤੇ ਟੈਕਸ ਲਾਏ ਹੋਏ ਸਨ, ਜਜ਼ੀਆ ਕਰ ਲਗਾਇਆ ਸੀ। ਬਹੁਤ ਤਰ੍ਹਾਂ ਨਾਲ ਆਮ ਧਰਮਾਂ ਦੇ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਤਾਂ ਕਿ ਲੋਕੀ ਟੈਕਸ ਤੋਂ ਡਰਦੇ ਹੋਏ, ਜ਼ੁਲਮ ਤੋਂ ਡਰਦੇ ਹੋਏ ਇਸਲਾਮ ਨੂੰ ਕਬੂਲ ਕਰ ਲੈਣ। ਪਰ ਹੌਲੀ ਹੌਲੀ ਉਸ ਦੀ ਇਹ ਕੱਟੜਤਾ ਵੱਧਦੀ ਗਈ ਤਾਂ ਉਸਨੇ ਸੋਚਿਆ ਇੱਕ ਵੱਡਿਓਂ ਕਸ਼ਮੀਰ ਵਾਲੇ ਪਾਸਿਓਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰਦਾ। ਕਸ਼ਮੀਰ ਜੋ ਹੈ ਨਕਸ਼ੇ ਵਿੱਚ ਵੀ ਭਾਰਤ ਦਾ ਸਿਰ ਹੈ। ਵੈਸੇ ਵੀ ਉੱਥੋਂ ਜਿਹੜੇ ਪੰਡਤ ਸਨ ਬੜੇ ਦਿਮਾਗੀ ਸਨ, ਸੂਝਵਾਨ ਸਨ, ਸਮਝਦਾਰ ਸਨ। ਉਹਨਾਂ ਸੋਚਿਆ ਕੱਲੇ ਕੱਲੇ ਮਰਨ ਨਾਲੋਂ ਕਿਉਂ ਨਾ ਕੋਈ ਇੱਕ ਆਪਣਾ ਲੀਡਰ ਚੁਣ ਲਈਏ। ਵਿਚਾਰ ਕਰਦਿਆਂ ਕਰਦਿਆਂ ਅੱਜ ਸਾਡੀ ਬਾਂਹ ਕੌਣ ਫੜੇਗਾ ਉਹਨਾਂ ਦੇ ਦਿਮਾਗ ਵਿੱਚ ਆਈ। ਜੋ ਗੁਰੂ ਨਾਨਕ ਦਾ ਦਰ ਹੈ ਉਹ ਲੋਕ ਸੇਵਾ ਲਈ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ। ਇਸ ਵੇਲੇ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਜੀ ਹਨ। ਉਹ ਗੁਰੂ ਤੇਗ ਬਹਾਦਰ ਜੀ ਕੋ ਫਰਿਆਦ ਕਰਨ ਆਏ ਤਾਂ ਉਹਨਾਂ ਨੂੰ ਆਪਣੀ ਸਾਰੀ ਮੁਸ਼ਕਲ ਦੱਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਭਈ ਡਰਨ ਦੀ ਲੋੜ ਨਹੀਂ, ਜ਼ੁਲਮ ਅੱਗੇ ਕਦੀ ਵੀ ਤੁਸੀਂ ਢਿੱਲੇ ਨਾ ਪਾਓ, ਡਟ ਕੇ ਖੜੇ ਰਹੋ ਤੇ ਜ਼ੁਲਮ ਦਾ ਮੁਕਾਬਲਾ ਕਰੋ। ਬਾਕੀ ਰਹੀ ਗੱਲ ਕਿ ਅਗਰ ਔਰੰਗਜ਼ੇਬ ਜ਼ਿਆਦਾ ਤੰਗ ਕਰਦਾ ਹੈ ਤੇ ਉਹਨੂੰ ਕਹਿ ਦਿਓ ਕਿ ਸਾਡਾ ਜੋ ਆਗੂ ਹੈ ਗੁਰੂ ਤੇਗ ਬਹਾਦਰ ਹਨ, ਉਸ ਨੂੰ ਇਸਲਾਮ ਵਿੱਚ ਲੈ ਆ, ਉਸ ਨੂੰ ਕਨਵਿੰਸ ਕਰ ਲਓ, ਉਸ ਨੂੰ ਸਮਝਾ ਲਓ। ਅਗਰ ਉਹ ਸਮਝ ਜਾਂਦੇ ਹਨ, ਇਸਲਾਮ ਜੋ ਵੀ ਉਹ ਫੈਸਲਾ ਕਰਦੇ ਹਨ, ਅਸੀਂ ਉਸ ਦੇ ਮੁਤਾਬਕ ਚੱਲਾਂਗੇ। ਇਹ ਕਹਿ ਕੇ ਗੁਰੂ ਤੇਗ ਬਹਾਦਰ ਜੀ ਆਪਣੇ ਸਥਾਨ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੋਂ ਚੱਲ ਕੇ
ਉਹ ਪ੍ਰਚਾਰ ਫੇਰੀ ਕਰਨ, ਸਾਰੇ ਦੇਸ਼ ਦਾ ਰਟਨ ਕਰਨ ਲਈ ਚੱਲ ਪਏ। ਹਰ ਪਿੰਡ ਹਰ ਜਗ੍ਹਾ ਜਾ ਕੇ ਲੋਕਾਂ ਨੂੰ ਉਤਸ਼ਾਹ ਬਖਸ਼ਿਸ਼ ਕਰਦੇ ਨੇ ਔਰ ਉਹਨਾਂ ਦੇ ਵਿੱਚ ਹਿੰਮਤ ਭਰਦੇ ਨੇ, ਭਾਈ ਘਬਰਾਉਣ ਦੀ, ਡਰਨ ਦੀ ਕੋਈ ਲੋੜ ਨਹੀਂ ਹੈ। ਹਿੰਮਤ ਰੱਖੋ, ਹੌਸਲਾ ਰੱਖੋ, ਜ਼ੁਲਮ ਦਾ ਮੁਕਾਬਲਾ ਡਟ ਕੇ ਕਰੋ, ਕੋਈ ਗੱਲ ਨਹੀਂ। ਹੌਸਲਾ ਦਿੰਦੇ ਦਿੰਦੇ ਕੋਈ 1 ਸਾਲ ਦਾ ਸਮਾਂ ਉਹਨਾਂ ਨੂੰ ਰਸਤੇ ਵਿੱਚ ਲੱਗਾ। ਆਖਰ ਆਗਰੇ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਿੱਖਾਂ ਸਮੇਤ ਜੇਲ੍ਹ ਵਿੱਚ, ਕੈਦ ਵਿੱਚ ਬੰਦ ਕਰ ਦਿੱਤਾ ਗਿਆ। ਉੱਥੇ ਬਹੁਤ ਸਵਾਲ ਜਵਾਬ ਹੋਏ। ਸਮੇਂ ਦਾ ਹਾਕਮ ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਅਗਰ ਤਾਂ ਗੁਰੂ ਤੇਗ ਬਹਾਦਰ ਜੀ ਮਹਾਨ ਹਨ, ਕੋਈ ਪੀਰ ਹਨ, ਤਾਂ ਸਾਨੂੰ ਕਰਾਮਾਤ ਦਿਖਾਓ। ਅਗਰ ਪੀਰ ਨਹੀਂ ਹਨ ਤਾਂ ਫਿਰ ਉਹ ਆਪਣਾ ਧਰਮ ਬਦਲ ਕੇ ਹਿੰਦੂ ਧਰਮ ਬਦਲ ਕੇ, ਆਪਣਾ ਸਿੱਖ ਧਰਮ ਬਦਲ ਕੇ ਔਰ ਇਸਲਾਮ ਨੂੰ ਕਬੂਲ ਕਰ ਲੈਣ। ਪਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੋ ਕਰਾਮਾਤ ਹੈ ਉਸ ਨੂੰ ਦਿਖਾਣਾ ਤੇ ਕਹਿਰ ਦਾ ਨਾਂ ਹੈ। ਇਹ ਤਾਂ ਰੱਬੀ ਹੁਕਮ ਦੇ ਵਿੱਚ ਹੁਕਮ ਅਦੂਲੀ ਕਰਨ ਦੇ ਬਰਾਬਰ ਹੈ, ਇਹ ਕਦੀ ਵੀ ਅਸੀਂ ਨਹੀਂ ਕਰਾਂਗੇ। ਤਾਂ ਫਿਰ ਉਸਨੇ ਕਿਹਾ ਠੀਕ ਹੈ, ਤੁਸੀਂ ਜੋ ਹੈ ਇਸਲਾਮ ਧਰਮ ਕਬੂਲ ਕਰ ਲਓ। ਤਾਂ ਗੁਰੂ ਸਾਹਿਬ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਵੀ ਮਨਾ ਕਰ ਦਿੱਤਾ ਔਰ ਉਸ ਨੂੰ ਇਹ ਨਸੀਹਤਾਂ ਦਿੱਤੀਆਂ। ਉਸ ਨੂੰ ਇਹ ਕਿਹਾ ਭਾਈ ਤੂੰ ਰਾਜਾ ਹੈ, ਤੇਰੇ ਕੋਲ ਸਾਰੇ ਪ੍ਰਬੰਧ ਹਨ, ਤੈਨੂੰ ਪੂਰਾ ਹੱਕ ਹੈ ਕਿ ਤੂੰ ਸਮਾਜ ਦੇ ਵਿੱਚ ਆਪਣੇ ਧਰਮ ਦੀ ਜੋ ਹੈ ਸਿੱਖਿਆ ਲੋਕਾਂ ਤੱਕ ਪਹੁੰਚਾ, ਲੋਕਾਂ ਨੂੰ ਪ੍ਰਚਾਰ ਕਰ, ਪਰ ਤੈਨੂੰ ਇਹ ਕੋਈ ਹੱਕ ਨਹੀਂ। ਅਗਰ ਕੋਈ ਤੇਰੇ ਧਰਮ ਨੂੰ ਨਹੀਂ ਮੰਨਦਾ ਹੈ ਤਾਂ ਤੂੰ ਜ਼ਬਰਦਸਤੀ ਉਸ ਦਾ ਧਰਮ ਤਬਦੀਲ ਕਰ। ਇਹ ਜ਼ਿਆਦਤੀ ਹੈ, ਕਿਉਂਕਿ ਗੁਰਮਤਿ ਦਾ ਵਿਧਾਨ ਹੀ ਹੈ, ਜ਼ੋਰ ਕੀਆ ਸੋ ਜ਼ੁਲਮ ਹੈ। ਜੋ ਜ਼ਬਰਦਸਤੀ ਗੱਲ ਕਿਸੇ ਨੂੰ ਬਣਾਉਣੀ, ਅਗਲਾ ਨਹੀਂ ਚਾਹੁੰਦਾ, ਜ਼ਬਰਦਸਤੀ ਕਹਿਣਾ ਇਹ ਤੇਰੇ ਭਲੇ ਦਾ ਹੈ, ਤੇਰੇ ਫਾਇਦੇ ਦਾ ਹੈ, ਇਹ ਤੂੰ ਜ਼ਰੂਰ ਮੰਨ ਲਾ, ਇਹ ਪਾਪ ਹੈ, ਇਹ ਜ਼ੋਰ ਹੈ, ਇਹ ਜ਼ਬਰਦਸਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਨੇ ਇਹੀ ਕਿਹਾ ਕਿ ਭਈ ਸਾਡਾ ਤਾਂ ਵਿਧਾਨ ਹੀ ਇਹ ਹੈ ਕਿ ਅਸੀਂ ਨਾ ਕਿਸੇ ਤੇ ਜ਼ੋਰ ਕਰਦੇ ਹਾਂ, ਨਾ ਕਿਸੇ ਦਾ ਜ਼ੋਰ ਸਹਿੰਦੇ ਹਾਂ। ਜ਼ੋਰ ਕਰਨਾ ਪਾਪ ਹੈ। ਤੇ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਵੀ ਕਹਿੰਦੇ ਹਨ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ, ਕੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨਵਾਨ ਪੁਰਸ਼ ਦੀ ਨਿਸ਼ਾਨੀ ਇਹੀ ਹੈ ਕਿ ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦਾ ਡਰ ਸਹਿੰਦਾ ਹੈ, ਹਮੇਸ਼ਾ ਸੱਚ ਦੇ ਮਾਰਗ ਤੇ ਚੱਲਦਾ ਹੈ। ਉਸ ਲਈ ਜੋ ਵੀ ਖਮਿਆਜਾ ਉਸ ਨੂੰ ਭੁਗਤਣਾ ਪਵੇ, ਉਸ ਲਈ ਤਿਆਰ ਹੁੰਦਾ ਹੈ। ਪਰ ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਆਖਰ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਗਿਆ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ। ਗੁਰੂ ਤੇਗ ਬਹਾਦਰ ਤੋਂ ਪਹਿਲਾਂ ਜੋ ਇਤਿਹਾਸ ਹੁਣ ਤੱਕ ਅਸੀਂ ਪੜ੍ਹਦੇ ਸੁਣਦੇ ਆਏ ਹਾਂ ਕਿ 3 ਸਿੱਖਾਂ ਦਾ ਹੋਰ ਉਹਨਾਂ ਦੀ ਸ਼ਹੀਦੀ ਕੀਤੀ ਗਈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਇਹ ਸ਼ਹੀਦੀ ਇਸ ਲਈ ਕੀਤੀ ਗਈ ਕਿ ਸ਼ਾਇਦ ਗੁਰੂ ਸਾਹਿਬ ਡਰ ਕੇ ਮੰਨ ਜਾਣ, ਕਿਉਂਕਿ ਇੰਜ ਨਾ ਸਮਝਣ ਕਿ ਔਰੰਗਜ਼ੇਬ ਸਿਰਫ ਡਰਾਵਾ ਦੇ ਰਿਹਾ ਹੈ, ਸਿਰਫ ਧਮਕੀ ਦੇ ਰਿਹਾ ਹੈ। ਸੱਚਮੁੱਚ ਜੋ ਉਹ ਕਹਿ ਰਿਹਾ ਹੈ ਉਹ ਕਰੇਗਾ। ਇਸ ਕਰਕੇ ਗੁਰੂ ਸਾਹਿਬ ਨੂੰ ਬਹੁਤ ਡਰਾਵਾ ਦਿੱਤਾ, ਉਹਨਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਜੋ ਹੈ ਉਹਨਾਂ ਨੂੰ ਰੂਹ ਦੇ ਵਿੱਚ ਬੰਨ੍ਹ ਕੇ ਸਾੜਿਆ ਗਿਆ। ਭਾਈ ਦਿਆਲੇ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ 3 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਆਖਰ ਜਦ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਨਹੀਂ ਮੰਨੀ ਤਾਂ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰਾ ਇਤਿਹਾਸ ਅਸੀਂ ਹੁਣ ਤੱਕ ਪੜ੍ਹਦੇ ਸੁਣਦੇ ਆਏ ਹਾਂ। ਇਸ ਤੋਂ ਇਹੀ ਸਮਝ ਪੈਂਦੀ ਸੀ ਕਿ ਜੋ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਹੈ, ਉਸ ਦਾ ਇੱਕ ਜੋ ਵਨਨੁਕਾਤੀ ਪ੍ਰੋਗਰਾਮ, ਇੱਕ ਜੋ ਬਿੰਦੂ ਸੀ, ਉਹ ਸਿਰਫ ਤੇ ਸਿਰਫ ਇਹ ਸੀ ਕਿ ਇਸ ਸੰਸਾਰ ਵਿੱਚ ਜਿਹੜਾ ਵੀ ਜੀਵ ਪੈਦਾ ਹੁੰਦਾ ਹੈ ਉਹ ਆਜ਼ਾਦ ਹਸਤੀ ਦਾ ਪੈਦਾ ਹੁੰਦਾ ਹੈ। ਧਾਰਮਿਕ ਤੌਰ ਤੇ ਉਸ ਨੂੰ ਕਿਹੜੇ ਧਰਮ ਨੂੰ ਮੰਨਣਾ, ਕਿਹੜੀਆਂ ਗੱਲਾਂ ਦੇ ਅਨੁਸਾਰ ਉਸ ਨੂੰ ਜੀਵਨ ਜਿਉਣਾ, ਹਰ ਬੰਦਾ ਆਜ਼ਾਦ ਹੈ। ਹਾਂ, ਰਾਜਨੀਤਿਕ ਤੌਰ ਤੇ ਸਮੇਂ ਦੀਆਂ ਸਰਕਾਰਾਂ ਦੇ ਕਾਨੂੰਨਬੰਦ ਹੋਣਾ ਹੈ, ਨਿਯਮਬੰਦ ਦੇ ਵਿੱਚ ਚੱਲਣਾ ਪੈਣਾ ਹੈ, ਪਰ ਧਾਰਮਿਕ ਤੌਰ ਤੇ ਕਿਸੇ ਦੇ ਉੱਤੇ ਕੋਈ ਬੰਦਿਸ਼ ਲਾਗੂ ਨਹੀਂ ਹੁੰਦੀ ਕਿ ਸੰਸਾਰ ਦੇ ਜਿਤਨੇ ਵੀ ਜੀਵ ਹਨ ਉਹ ਆਪਣੇ ਆਪ ਵਿੱਚ ਅਦਭੁਤ ਹਨ, ਆਪਣੇ ਆਪ ਵਿੱਚ ਸਪੈਸ਼ਲ ਹੈ।
ਕੋਈ ਜੀਵ ਦੂਸਰੇ ਜਿਹਾ ਨਹੀਂ ਹੈ। ਉਸ ਨੂੰ ਸਮਾਜ ਵਿੱਚ ਰਹਿਣ ਲਈ ਪੂਰਨ ਆਜ਼ਾਦੀ ਹੋਣੀ ਚਾਹੀਦੀ ਹੈ। ਉਸ ਦੀ ਆਜ਼ਾਦੀ ਉੱਥੋਂ ਤੱਕ ਹੈ ਜਿੱਥੋਂ ਤੱਕ ਦੂਸਰੇ ਦੇ ਧਰਮ ਵਿੱਚ, ਦੂਸਰੇ ਦੀ ਆਜ਼ਾਦੀ ਵਿੱਚ ਖਲਲ ਨਾ ਪੈ ਜਾਵੇ, ਉੱਥੋਂ ਤੱਕ ਉਹ ਆਜ਼ਾਦ ਹੈ। ਆਜ਼ਾਦ ਵਿਚਾਰਾਂ ਨੂੰ ਰੱਖ ਸਕਦਾ ਹੈ, ਆਜ਼ਾਦ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ, ਆਜ਼ਾਦ ਕਿਸੇ ਵੀ ਸੋਚ ਦੇ ਅਨੁਸਾਰ ਆਪਣਾ ਜੀਵਨ ਜੀ ਸਕਦਾ ਹੈ। ਸਿਰਫ ਇਸ ਗੱਲ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ, ਨਹੀਂ ਤਾਂ ਨਾ ਤਾਂ ਸਿੱਖ ਧਰਮ ਵਿੱਚ ਜਨੇਊ ਦੀ ਕੋਈ ਮਹੱਤਤਾ ਸੀ, ਨਾ ਤਿਲਕ ਦੀ ਮਹੱਤਤਾ ਸੀ। ਗੁਰੂ ਸਾਹਿਬਾਨ, ਸਿੱਖ ਸਾਹਿਬ ਸਾਰੇ ਹੀ ਨਾ ਜਨੇਊ ਪਹਿਨਦੇ ਸਨ, ਨਾ ਤਿਲਕ ਲਾਉਂਦੇ ਸਨ। ਪਰ ਲੜਾਈ ਸਿਰਫ ਇਤਨੀ ਗੱਲ ਦੀ ਸੀ, ਅਸੀਂ ਤਿਲਕ ਨਹੀਂ ਲਾਉਂਦੇ, ਅਸੀਂ ਜਨੇਊ ਨਹੀਂ ਪਹਿਨਦੇ, ਪਰ ਜਿਹੜੇ ਵੀਰ ਭੈਣ ਤਿਲਕ ਲਾਉਣਾ ਚਾਹੁੰਦੇ ਨੇ, ਜਨੇਊ ਪਹਿਨਣਾ ਚਾਹੁੰਦੇ ਨੇ, ਉਹਨਾਂ ਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਇਹ ਉਹਨਾਂ ਦੀ ਮਰਜ਼ੀ ਹੈ। ਉਹ ਚੰਗਾ ਹੈ, ਮਾੜਾ ਹੈ, ਉਹ ਆਪਣੇ ਖੁਸ਼ੀ ਨਾਲ ਉਹਨਾਂ ਨੇ ਉਹ ਰਸਤਾ ਅਖਤਿਆਰ ਕੀਤਾ ਹੈ ਤੇ ਇਸ ਕਰਕੇ ਉਹਨਾਂ ਨੂੰ ਪੂਰਾ ਹੱਕ ਹੈ। ਇਹੀ ਲੜਾਈ ਔਰੰਗਜ਼ੇਬ ਦੇ ਨਾਲ ਗੁਰੂ ਤੇਗ ਬਹਾਦਰ ਸੀ। ਆਜ਼ਾਦ ਵਿਚਾਰਾਂ ਦੀ ਜੋ ਲੜਾਈ ਸੀ ਕਿ ਭਈ ਕਿਸੇ ਨੂੰ ਤੁਸੀਂ ਵਿਚਾਰਕ ਤੌਰ ਤੇ ਗੁਲਾਮ ਨਹੀਂ ਬਣਾ ਸਕਦੇ। ਸੋ ਇਹ ਇੱਕ ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਤੇ ਆਖਰੀ ਇੱਕ ਐਸੀ ਉਦਾਹਰਣ ਸੀ ਜਦੋਂ ਕਿਸੇ ਮਹਾਪੁਰਸ਼ ਨੇ ਆਪਣੀ ਸ਼ਹਾਦਤ ਦਿੱਤੀ ਹੋਵੇ ਐਸੇ ਕਾਰਜ ਲਈ ਜਿਸ ਵਿੱਚ ਉਸ ਦਾ ਆਪਣਾ ਕੋਈ ਵਿਸ਼ਵਾਸ ਨਹੀਂ ਸੀ। ਸੋ ਇਸ ਨਜ਼ਰੀਏ ਨਾਲ, ਇਸ ਤਰੀਕੇ ਨਾਲ ਅਗਰ ਇਸ ਗੱਲ ਨੂੰ ਪੇਸ਼ ਕੀਤਾ ਜਾਂਦਾ, ਮੰਨਿਆ ਜਾਂਦਾ, ਇਸ ਸੰਸਾਰ ਲਈ ਇੱਕ ਚਾਨਣ ਮੁਨਾਰਾ ਸੀ। ਪਰ ਆਓ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜੋ ਲਿਖਾਰੀ ਹੈ ਉਹ ਸਾਨੂੰ ਕਿਹੜੇ ਖੂਹ ਵਿੱਚ ਧੱਕਾ ਦੇ ਰਿਹਾ, ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ, ਅਸੀਂ ਉਸ ਤੇ ਵਿਚਾਰ ਕਰਨੀ ਜ਼ਰੂਰੀ ਹੈ ਤਾਂ ਕਿ ਸਾਨੂੰ ਸਮਝ ਆਵੇ ਕਿ ਅਸੀਂ ਇਤਨੇ ਦਿਨਾਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਸੰਤੋਖ ਸਿੰਘ ਦੇ ਲਿਖੇ ਉੱਤੇ ਕਿੰਤੂ ਪ੍ਰੰਤੂ ਕਿਉਂ ਕਰ ਰਹੇ ਹਾਂ, ਕੀ ਕਾਰਨ ਹੈ। ਜੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਲਿਖਿਆ ਗਿਆ ਹੈ ਉਹ ਬਿਲਕੁਲ ਇਸ ਤੋਂ ਉਲਟ ਲਿਖਿਆ ਗਿਆ ਹੈ। ਇਹਦੇ ਵਿੱਚ ਉਸਨੇ ਇਹ ਸਿੱਧ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਕਿਸੇ ਧਰਮ ਦੀ ਆਜ਼ਾਦੀ ਵਾਸਤੇ ਨਹੀਂ ਹੋਈ। ਕੋਈ ਆਜ਼ਾਦ ਵਿਚਾਰਾਂ ਤੇ ਪਹਿਰਾ ਦੇਣ ਲਈ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨਹੀਂ ਹੋਈ। ਨਾ ਹੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਲਈ ਔਰੰਗਜ਼ੇਬ ਕਿਸੇ ਤਰ੍ਹਾਂ ਦਾ ਦੋਸ਼ੀ ਹੈ। ਔਰੰਗਜ਼ੇਬ ਦਾ ਇਸ ਵਿੱਚ ਬਿਲਕੁਲ ਦੋਸ਼ ਨਹੀਂ ਹੈ ਜਿਵੇਂ ਕਵੀ ਸੰਤੋਖ ਸਿੰਘ ਲਿਖਦੇ ਹਨ। ਆਓ ਅਸੀਂ ਉਸ ਨੂੰ ਥੋੜਾ ਜਿਹਾ ਵਿਚਾਰਦੇ ਹਾਂ। ਕੀ ਲਿਖਦੇ ਹਨ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਜੇਲ੍ਹ ਵਿੱਚ ਕੈਦ ਵਿੱਚ ਬੰਦ ਕੀਤਾ ਹੋਇਆ ਸੀ ਤਾਂ ਬਹੁਤ ਤਰ੍ਹਾਂ ਦੀਆਂ ਪਾਬੰਦੀਆਂ, ਬਹੁਤ ਤਰ੍ਹਾਂ ਦੀਆਂ ਬੰਦਸ਼ਾਂ ਗੁਰੂ ਉੱਤੇ ਲਗਾਈਆਂ ਗਈਆਂ ਸਨ, ਜਿਸ ਨੂੰ ਦੇਖ ਕੇ ਇਹਨਾਂ ਦੇ ਨਾਲ ਜਿਹੜਾ ਭਾਈ ਸੀ ਮਤੀ ਦਾਸ ਜੀ, ਉਹ ਜੋ ਬਹੁਤ ਪਰੇਸ਼ਾਨ ਸਨ। ਪਰੇਸ਼ਾਨ ਇਹ ਸਨ ਕਿ ਉਹ ਹੈਰਾਨ ਸਨ ਕਿ ਗੁਰੂ ਸਾਹਿਬ ਦੇ ਕੋਲ ਇਤਨੀ ਤਾਕਤ ਹੈ, ਜੋ ਚਾਹਣ ਉਹ ਕਰ ਸਕਦੇ ਹਨ, ਪਰ ਉਹ ਇਹਨਾਂ ਉੱਤੇ ਉਹ ਤਾਕਤ ਨੂੰ ਕਿਉਂ ਨਹੀਂ ਵਰਤਦੇ। ਇੱਕ ਦਿਨ ਉਹ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਦੇ ਕੋਲ ਪੇਸ਼ ਹੋਏ, ਕਹਿਣ ਲੱਗੇ, ਸਤਿਗੁਰੂ ਜੀ, ਇਹ ਇਤਨਾ ਪਰੇਸ਼ਾਨ ਕਰਦੇ ਨੇ, ਇਤਨਾ ਜਲੀਲ ਕਰਦੇ ਨੇ, ਇਤਨਾ ਤੰਗ ਕਰਦੇ ਨੇ, ਤੁਸੀਂ ਆਪਣੀ ਤਾਕਤ ਨੂੰ ਵਰਤ ਕੇ ਕਿਉਂ ਨਹੀਂ ਇਹਨਾਂ ਨੂੰ ਸਿੱਧੇ ਕਰ ਦਿੰਦੇ। ਮੈਨੂੰ ਹੁਕਮ ਕਰੋ, ਜੇ ਕਹੋ ਤਾਂ ਹਜ਼ਰਤ ਮੁਹੰਮਦ ਦੇ ਜਿੰਨੇ ਵੀ ਪੈਰੋਕਾਰ ਨੇ ਉਹਨਾਂ ਦੇ ਸਾਰਿਆਂ ਨੂੰ ਸਿਰਾਂ ਨੂੰ ਪੜਾ ਕੇ ਇੱਕੋ ਵਾਰੀ ਖਤਮ ਕਰ ਦਿਆਂ। ਜੇ ਇੰਨੀ ਆਗਿਆ ਨਹੀਂ ਦਿੰਦੇ ਤਾਂ ਇਤਨੀ ਆਗਿਆ ਦੇ ਦਿਓ ਜਿਹੜੇ ਵੀ ਇਹ ਹਜ਼ਰਤ ਮੁਹੰਮਦ ਦੇ ਪੈਰੋਕਾਰ ਹਨ ਔਰ ਜੋ ਸੰਸਾਰ ਤੇ ਲੋਕਾਂ ਨੂੰ ਤੰਗ ਕਰ ਰਹੇ ਹਨ, ਘੱਟੋ ਘੱਟ ਉਹਨਾਂ ਨੂੰ ਖਤਮ ਕਰ ਦੀ ਮੈਨੂੰ ਆਗਿਆ ਦੇ ਦਿਓ। ਗੁਰੂ ਸਾਹਿਬ ਇਹ ਸਾਰੀ ਗੱਲਬਾਤ ਸੁਣ ਕੇ ਬੜੇ ਹੈਰਾਨ ਹੋਏ, ਸਮਝੇ ਕਿ ਇਹ ਸਿੱਖ ਕੋਲ ਜਿਹੜੀ ਤਾਕਤ ਸੇਵਾ ਕਰਕੇ ਮਿਲੀ ਹੈ ਇਹ ਤੋਂ ਸੰਭਾਲੀ ਨਹੀਂ ਜਾ ਸਕਦੀ, ਇਹ ਉਸ ਨੂੰ ਉਸਦੇ ਯੋਗ ਨਹੀਂ, ਉਸ ਨੂੰ ਸਾਂਭ ਨਹੀਂ ਪਾ ਰਿਹਾ। ਇਸ ਕਰਕੇ ਗੁਰੂ ਸਾਹਿਬ ਨੇ ਯੋਗ ਜਾਣ ਕੇ ਉਹ ਚੋਂ ਸਾਰੀ ਸ਼ਕਤੀ, ਇਹ ਕਰਾਮਾਤ ਵਾਲੀ ਸ਼ਕਤੀ, ਇਹ ਕੁਝ ਦਿਖਾਉਣ ਵਾਲੀ ਸ਼ਕਤੀ ਖਿੱਚ ਲਈ। ਖਿੱਚਣ ਤੋਂ ਬਾਅਦ ਕੀ ਹੁੰਦਾ ਹੈ ਕਿ ਹੁਣ ਜੋ ਭਾਈ ਸਾਹਿਬ ਬਿਨਾਂ ਸ਼ਕਤੀ ਤੋਂ ਸ਼ਕਤੀਹੀਣ ਹੋ ਜਾਂਦੇ ਹਨ।
ਸ਼ਕਤੀਹੀਣ ਹੋ ਜਾਂਦੇ ਹਨ ਤਾਂ ਫਿਰ ਕੀ ਹੁੰਦਾ ਹੈ ਕਿ ਸਤਿਗੁਰੂ ਜੀ ਉਸ ਨਾਲ ਕੋਈ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰਦੇ ਹਨ। ਉਸ ਨੂੰ ਕਹਿੰਦੇ ਹਨ ਕਿ ਤੂੰ ਇਹ ਕਿਵੇਂ ਸੋਚ ਸਕਦਾ ਕਿ ਮੈਂ ਕੁਝ ਨਹੀਂ ਕਰ ਸਕਦਾ, ਕਿ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਬਾਰੇ ਇਹ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਇੱਕ ਸਿੱਖ ਆਇਆ, ਉਸਨੇ ਬੇਨਤੀ ਕੀਤੀ ਕਿ ਮੇਰੇ ਘਰ ਪ੍ਰਸ਼ਾਦਾ ਛਕਣਾ ਹੈ। ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਪ੍ਰਸ਼ਾਦਾ ਬਣਾਓ, ਮੈਂ ਛਕਣ ਆਵਾਂਗਾ। ਜੇਲ੍ਹ ਦੇ ਵਿੱਚੋਂ ਗੁਰੂ ਸਾਹਿਬ ਚਲੇ ਗਏ, ਸਾਰੀਆਂ ਕੜੀਆਂ, ਹੱਥ ਕੜੀਆਂ, ਬੇੜੀਆਂ ਆਪੇ ਖੁੱਲ ਗਈਆਂ, ਦਰਵਾਜ਼ੇ ਆਪੇ ਖੁੱਲ ਗਏ। ਉਸ ਸਿੱਖ ਦੇ ਘਰ ਪ੍ਰਸ਼ਾਦਾ ਛਕਿਆ। ਜਦੋਂ ਪ੍ਰਸ਼ਾਦਾ ਛਕ ਕੇ ਆ ਰਹੇ ਸੀ ਤੇ ਕਿਸੇ ਮੁਸਲਮਾਨ ਨੇ ਜੋ ਸਮੇਂ ਦੇ ਹਾਕਮ ਦੇ ਨੇੜੇ ਸੀ, ਉਸਨੇ ਇਹਨਾਂ ਨੂੰ ਦੇਖ ਲਿਆ। ਉਸਨੇ ਜਾ ਕੇ ਸ਼ਿਕਾਇਤ ਕੀਤੀ ਔਰੰਗਜ਼ੇਬ ਕੋਲ ਕਿ ਤੁਸੀਂ ਕਹਿੰਦੇ ਉਸ ਨੂੰ ਕੈਦ ਕੀਤਾ ਹੋਇਆ, ਪਰ ਉਹ ਤਾਂ ਅੱਜ ਫਲਾਣੇ ਸਿੱਖ ਦੇ ਘਰ ਪ੍ਰਸ਼ਾਦਾ ਛਕ ਕੇ ਆਇਆ। ਔਰੰਗਜ਼ੇਬ ਨੇ ਫਿਰ ਸਿਕਿਉਰਿਟੀ ਸਟਾਫ ਨੂੰ ਬੁਲਾਇਆ, ਜਿੰਨੇ ਪਹਿਰੇਦਾਰ ਸੀ, ਜਿੰਨੇ ਇੰਚਾਰਜ ਸੀ, ਵੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੈਦ ਕੀਤਾ, ਉਹ ਬਾਹਰ ਘੁੰਮ ਰਿਹਾ। ਉਹਨਾਂ ਨੇ ਅੱਗੋਂ ਕਿਹਾ ਕਿ ਪਾਤਸ਼ਾਹ ਜੀ, ਉਹ ਤਾਂ ਅਸੀਂ ਬਿਲਕੁਲ ਬੜੇ ਸਖਤ ਪਹਿਰੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ, ਉਹ 1 ਇੰਚ ਵੀ ਇੱਧਰ ਉੱਧਰ ਨਹੀਂ ਜਾ ਸਕਦੇ, ਇਹ ਤੁਹਾਨੂੰ ਗਲਤ ਰਿਪੋਰਟ ਮਿਲੀ ਆ। ਅਸੀਂ ਤਾਂ ਹਰ ਵੇਲੇ ਪਹਿਰੇਦਾਰ ਖੜਾ ਰਹਿੰਦਾ, ਤਾਲੇ ਲੱਗੇ ਹੋਏ ਨੇ। ਖੈਰ, ਔਰੰਗਜ਼ੇਬ ਚੁੱਪ ਹੋ ਗਿਆ। ਉਸੇ ਦਿਨ ਜਿਸ ਦਿਨ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਗਏ ਸੀ, ਉਸੇ ਦਿਨ ਇੱਕ ਹੋਰ ਸਿੱਖ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਘਰ ਵੀ ਪ੍ਰਸ਼ਾਦਾ ਛਕੋ। ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਤੁਸੀਂ ਪ੍ਰਸ਼ਾਦਾ ਤਿਆਰ ਕਰੋ, ਮੈਂ ਪ੍ਰਸ਼ਾਦਾ ਛਕਣ ਆਵਾਂਗਾ। ਫਿਰ ਅਗਲੇ ਦਿਨ ਉਸ ਘਰ ਦੇ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਗਏ। ਪ੍ਰਸ਼ਾਦਾ ਛਕਣ ਗਏ, ਫਿਰ ਕਿਸੇ ਮੁਸਲਮਾਨ ਅਹਿਲਕਾਰ ਨੇ ਦੇਖ ਲਿਆ ਤੇ ਉਸਨੇ ਉਸ ਦਿਨ ਆ ਕੇ ਉਹ ਫੋਲੋ ਕੀਤਾ ਵੀ ਇਹ ਕਿੱਧਰ ਨੂੰ ਜਾ ਰਹੇ ਨੇ। ਦੇਖਿਆ ਤੇ ਗੁਰੂ ਸਾਹਿਬ ਤਾਂ ਪਹਿਲਾਂ ਹੀ ਘਰ ਬੈਠੇ ਨੇ ਤੇ ਉਹਨੂੰ ਸਮਝ ਨਹੀਂ ਆਈ। ਪਹਿਲਾਂ ਉੱਥੇ ਪ੍ਰਸ਼ਾਦਾ ਛਕ ਕੇ ਦੇਖ ਕੇ ਆਇਆ, ਉਹ ਦੂਸਰੇ ਟਾਈਮ ਕਚਹਿਰੀ ਜੇਲ੍ਹ ਵਿੱਚ ਆ ਕੇ ਦੇਖਿਆ ਤੇ ਦੋਨੋਂ ਜਗ੍ਹਾ ਗੁਰੂ ਸਾਹਿਬ ਦੇ ਦਰਸ਼ਨ ਉਸ ਨੂੰ ਹੋਏ ਤੇ ਇਹ ਬੜਾ ਹੈਰਾਨ ਹੋਇਆ, ਕੀ ਕਰੀਏ। ਇਹ ਗੱਲ ਜਾ ਕੇ ਬਾਦਸ਼ਾਹ ਨੂੰ, ਔਰੰਗਜ਼ੇਬ ਨੂੰ ਦੱਸੀ। ਔਰੰਗਜ਼ੇਬ ਕਹਿੰਦਾ ਕਿ ਮੈਂ ਉਸ ਨੂੰ ਕਹਿੰਦਾ ਕਰਾਮਾਤ ਦਿਖਾਓ, ਤੇ ਉਹ ਦਿਖਾਉਣ ਤੋਂ ਮਨਾ ਕਰਦਾ ਹੈ। ਫਿਰ ਹੁਣ ਕਰਾਮਾਤ ਦਿਖਾ ਵੀ ਰਿਹਾ ਹੈ। ਫਿਰ ਦੁਬਾਰਾ ਆ ਕੇ ਔਰੰਗਜ਼ੇਬ ਨੇ ਜੋ ਬੰਦੇ ਭੇਜੇ, ਉਹਨੇ ਕਿਹਾ ਵੀ ਤੂੰ ਔਰੰਗਜ਼ੇਬ ਨੂੰ ਕਰਾਮਾਤ ਕਿਉਂ ਨਹੀਂ ਦਿਖਾਉਂਦਾ? ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਕਰਾਮਾਤ ਕਹਿਰ ਦਾ ਨਾਂ ਆ, ਉਹ ਮੈਂ ਨਹੀਂ ਦਿਖਾਉਂਦਾ। ਪਰ ਇੱਧਰ ਇੱਕ ਪਾਸੇ ਕਰਾਮਾਤ ਦਿਖਾ ਰਹੇ ਨੇ। ਫਿਰ ਇੱਕ ਦਿਨ ਸਵੇਰੇ ਉੱਠ ਕੇ ਜਮਨਾ ਨਦੀ ਵਿੱਚ ਇਸ਼ਨਾਨ ਕਰਨ ਗਏ, ਉੱਥੇ ਵੀ ਕਿਸੇ ਨੇ ਦੇਖ ਲਿਆ। ਭਾਵ ਇਸ ਤਰ੍ਹਾਂ ਰੋਜ਼ 3-4 ਕਹਾਣੀਆਂ ਇਸ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀਆਂ ਹੋਈਆਂ ਹਨ ਕਿ ਜਾਦੂ ਨਾਲ, ਆਪਣੇ ਮੈਜਿਕ ਨਾਲ, ਆਪਣੀ ਸ਼ਕਤੀ ਨਾਲ ਗੁਰੂ ਸਾਹਿਬ ਜੇਲ੍ਹ ਵਿੱਚੋਂ ਬਾਹਰ ਆ ਜਾਂਦੇ ਸਨ, ਜੇਲ੍ਹ ਦੇ ਅੰਦਰ ਚਲੇ ਜਾਂਦੇ ਸਨ। ਫਿਰ ਉਹਨਾਂ ਸੋਚਿਆ ਇਹਨਾਂ ਨੂੰ ਇਸਲਾਮ ਵਿੱਚ ਲੈ ਆਈਏ, ਤਾਂ ਉਹਨਾਂ ਨੇ ਜੋ ਹਲਾਲ ਮੀਟ ਤਿਆਰ ਕਰਕੇ ਗੁਰੂ ਸਾਹਿਬ ਨੂੰ ਪਹਿਲਾਂ ਕਈ ਦਿਨ ਭੁੱਖਾ ਰੱਖਿਆ, ਫਿਰ ਹਲਾਲ ਮੀਟ ਤਿਆਰ ਕਰਕੇ ਖਾਣਾ ਖਾਣ ਲਈ ਲਿਆਏ। ਜਦੋਂ ਢੱਕਣ ਖੋਲਿਆ, ਕਹਿੰਦੇ ਉੱਥੋਂ ਸੂਰ ਦੇ ਬੱਚੇ, ਕੋਈ ਚੂਹੇ ਜਿੰਨਾ, ਕੋਈ ਬਿੱਲੀ ਜਿੰਨਾ, ਕੋਈ ਕੁੱਤੇ ਜਿੱਡਾ, ਇਸ ਤਰ੍ਹਾਂ ਬਿਆੰਤ ਸੂਰ ਦੇ ਬੱਚੇ ਨਿਕਲੇ। ਉੱਥੇ ਫਿਰ ਗੁਰੂ ਸਾਹਿਬ ਨੇ ਕਰਾਮਾਤ ਦਿਖਾਈ। ਭਾਵ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇਹੋ ਜਿਹੀਆਂ ਅਲਬਲਲੀਆਂ ਗੱਲਾਂ ਕਰਕੇ, ਇਹੋ ਜਿਹੀਆਂ ਜੋ ਗੱਲਾਂ ਜਿਨ੍ਹਾਂ ਤੇ ਕੋਈ ਵਿਸ਼ਵਾਸ ਜਾਂ ਕਿਸ ਦਾ ਕੋਈ ਆਧਾਰ ਨਹੀਂ ਹੈ, ਐਸੀਆਂ ਗੱਲਾਂ ਲਿਖ ਕੇ ਸਾਡੇ ਜਿਹੜਾ ਦਿਮਾਗ ਨੂੰ ਸੁੰਨ ਕਰਨ ਦੇ ਇਹ ਸਾਰੇ ਇੰਜੈਕਸ਼ਨ ਨੇ। ਸਿੱਖ ਦੇ ਘਰ ਲੰਗਰ ਛਕਣ ਚੱਲ ਗਏ, ਫਿਰ ਦੂਜੇ ਸਿੱਖ ਦੇ ਘਰ ਲੰਗਰ ਛਕਣ ਚੱਲ ਗਏ, ਫਿਰ ਜਮਨਾ ਵਿੱਚ ਇਸ਼ਨਾਨ ਕਰਨ ਚੱਲ ਗਏ। ਫਿਰ ਅਸਲ 'ਚ ਉਹ ਟੀਕਾ ਲਾ ਕੇ ਜਿਵੇਂ ਕਿਸੇ ਦਾ ਆਪਰੇਸ਼ਨ ਕਰਨਾ ਹੁੰਦਾ ਨਾ, ਤਾਂ ਪਹਿਲੇ ਉਹ ਜਗ੍ਹਾ ਨੂੰ ਸੁੰਨ ਕੀਤਾ ਜਾਂਦਾ। ਦੰਦ ਵੀ ਕੱਢਣਾ ਹੋਵੇ, ਉਹ ਟੀਕਾ ਲਾਉਂਦੇ, ਸੁੰਨ ਕਰਦੇ ਨੇ। ਫਿਰ ਤੁਹਾਨੂੰ 10 ਮਿੰਟ ਬਾਅਦ ਬੁਲਾਉਂਦੇ ਨੇ ਤੇ ਫਿਰ ਛੇੜ ਕੇ ਦੇਖਦੇ ਆ, ਜੇ ਹਾਲੇ ਵੀ ਦਰਦ ਹੋ ਰਿਹਾ, ਕਹਿੰਦੇ ਹੋਰ 10 ਮਿੰਟ ਬੈਠ ਜਾਓ। ਭਾਵ ਜਦੋਂ ਤੱਕ ਸੁੰਨ ਨਹੀਂ ਹੋ ਜਾਂਦਾ, ਉਦੋਂ ਤੱਕ ਆਪਰੇਸ਼ਨ ਨਹੀਂ ਹੁੰਦਾ। ਇਵੇਂ ਇੱਕ ਕਵੀ ਹੈ, ਐਸੀਆਂ ਬੇਸਿਰ ਪੈਰ ਗੱਲਾਂ ਸੁਣਾ ਕੇ, ਕਹਾਣੀਆਂ ਸੁਣਾ ਕੇ, ਮੈਜਿਕ ਵਾਲੀਆਂ, ਜਾਦੂ ਵਾਲੀਆਂ, ਤੇ ਉਹ ਸਾਡੇ ਬ੍ਰੇਨ ਨੂੰ ਲੌਕ ਕਰਦਾ ਹੈ, ਇਹਨੂੰ ਸਵਾਉਂਦਾ ਹੈ ਕਿ ਤੁਹਾਡਾ ਬ੍ਰੇਨ ਕੰਮ ਕਰਨਾ ਬੰਦ ਹੋ ਜਾਏ, ਕਿਉਂਕਿ ਉਸਨੇ ਗੋਲ ਕਰਨਾ ਹੈ, ਉਸਨੇ ਸਾਨੂੰ ਹਰਾਉਣਾ ਹੈ, ਉਸਨੇ ਕੋਈ ਇਹੋ ਜਿਹੀ ਗੱਲ ਕਰਨੀ ਹੈ ਜਿਸ ਨਾਲ ਸਿੱਖੀ ਚਿੱਤ ਹੋ ਜਾਏ, ਸਿੱਖ ਧਰਮ ਖਤਮ ਹੋ ਜਾਏ। ਉਹਦਾ ਮੇਨ ਮੋਟਿਵ ਇਹੀ ਹੈ। ਸਾਰੇ ਇਤਿਹਾਸ ਵਿੱਚ ਮੈਂ ਇਹੀ ਦੇਖ ਰਿਹਾ ਕਿ ਉਹ ਬਹੁਤ ਸੋਹਣੀਆਂ ਗੱਲਾਂ ਗੁਰੂ ਸਾਹਿਬ ਨੂੰ ਬਹੁਤ ਸਿੱਧਾ ਰੱਬ ਸਿੱਧ ਕਰ ਦੇਗਾ। ਉਹ ਕੁਝ ਵੀ ਕਰ ਸਕਦੇ ਆ, ਸਾਡੇ ਬ੍ਰੇਨ ਨੂੰ ਉੱਥੇ ਟਿਊਨ ਕਰ ਦੇਗਾ, ਅਸੀਂ ਮੰਨਣ ਲੱਗ ਜਾਵਾਂਗੇ ਗੁਰੂ ਸਾਹਿਬ ਕੁਝ ਵੀ ਕਰ ਸਕਦੇ ਆ।
ਤੇ ਫਿਰ ਹੁਣ ਜਿਹੜੀ ਗੱਲ ਕਰਨੀ ਉਹ ਆਖਰ ਵਿੱਚ ਕਰੇਗੀ। ਸੋ ਖੈਰ ਇਹ ਸਾਰਾ ਕੁਝ ਹੋਇਆ। ਫਿਰ ਮਤੀ ਦਾਸ ਨੂੰ ਸਮੇਂ ਦੀ ਸਰਕਾਰ ਨੇ ਜੋ ਹੁਕਮ ਦਿੱਤਾ, ਇਹਨੂੰ ਆਰੇ ਨਾ ਚੀਰਿਆ ਜਾਵੇ। ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਓਨਲੀ ਸਿਰਫ ਇੱਕ ਸਿੱਖ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋਈ ਹੈ, ਹੋਰ ਕਿਸੇ ਦੀ ਨਹੀਂ ਹੋਈ। ਇਹਦੇ ਵਿੱਚ ਇਹ ਦਿਖਾਇਆ ਗਿਆ, ਬਾਕੀ 3 ਸਿੱਖ ਹੋਰ ਸਨ, ਉਹ ਕਹਿੰਦੇ ਦਿਲ ਛੱਡ ਗਿਆ, ਉਹ ਘਬਰਾ ਗਏ। ਮਤਲਬ ਪੂਰੀ ਤਰ੍ਹਾਂ ਸਿੱਖੀ ਨੂੰ ਖਤਮ ਕਰਨ ਲਈ ਉਸਨੇ ਹਰ ਹਰਵਾ ਵਰਤਿਆ ਹੈ। ਇੱਕ ਸਿੱਖ ਨੂੰ ਸ਼ਹੀਦ ਕਰ ਦਿੱਤਾ, ਤਿੰਨਾਂ ਨੇ ਦਿਲ ਛੱਡਤਾ, ਘਬਰਾ ਗਏ। ਉਹ ਕਹਿੰਦੇ ਗੁਰੂ ਜੀ ਅਸੀਂ ਤਾਂ ਇਹ ਤਾਂ ਮਾਰ ਦੇਣਗੇ, ਤਾਂ ਬਹੁਤ ਹੋ ਗਿਆ। ਫਿਰ ਗੁਰੂ ਜੀ ਨੇ ਕਿਹਾ ਤੁਸੀਂ ਜਾਣਾ ਚਾਹੁੰਦੇ ਹੋ? ਫਿਰ ਗੁਰੂ ਜੀ ਨੇ ਆਪਣੀ ਕਰਾਮਾਤ ਦਿਖਾ ਕੇ ਉਹਨਾਂ ਨੂੰ ਜੇਲ੍ਹ ਚੋਂ ਕੱਢਤਾ। ਮਤਲਬ ਸਿੱਖੀ ਹਾਰ ਗਈ, ਉਹ ਦਿਖਾਣਾ ਸੀ, ਹਾਰ ਦਿੱਤਾ। ਸਿੱਖੀ ਵਿੱਚ ਕਰਾਮਾਤ ਨਹੀਂ ਸੀ, ਕਰਾਮਾਤ ਸਾਡੇ ਦਿਮਾਗ ਵਿੱਚ ਵਾੜ ਦਿੱਤੀ। ਇੰਨੀ ਜ਼ਬਰਦਸਤ ਵਾੜੀ ਹੈ ਕਿ ਅੱਜ ਸਿੱਖ ਮੇਰਾ ਖਿਆਲ 90% ਮੇਰੀ ਗੱਲ ਨਾਲ ਸਹਿਮਤ ਨਹੀਂ ਹੋਣਗੇ। ਉਹ ਕਰਾਮਾਤ ਵਾਲੀ ਗੱਲ ਨਾਲ ਸਹਿਮਤ ਹੋਣਗੇ। ਗੁਰੂ ਕਰਨ ਸਮਰਾਸੀ, ਉਹ ਕੁਝ ਵੀ ਕਰ ਸਕਦੇ, ਉਹਨਾਂ ਨੂੰ ਬਾਹਰ ਅੰਦਰ ਕੌਣ। ਮਤਲਬ ਇਹ ਸਾਡੇ ਦਿਮਾਗ ਦੇ ਵਿੱਚ ਗੱਲਾਂ ਕਰ ਕਰਕੇ ਸਾਡੇ ਦਿਮਾਗ ਨੂੰ ਖੋਖਲਾ ਕਰ ਦਿੱਤਾ। ਇਹ ਗੱਲਾਂ ਅੱਗੇ ਫਿਰ ਅਸੀਂ ਗੱਲ ਨੂੰ ਨਵੇੜੀਏ। ਭਾਵ ਇੱਕੋ ਸਿੱਖ ਦੀ ਸ਼ਹੀਦੀ ਹੋਈ ਹੈ, ਭਾਈ ਦਿਆਲਾ ਦੀ ਜੀ, ਭਾਈ ਸਤੀ ਦਾਸ ਦੀ ਸ਼ਹੀਦੀ। ਗੁਰਪ੍ਰਤਾਪ ਸੂਰਜ ਗ੍ਰੰਥ ਲਿਖਦਾ, ਕੋਈ ਉਹਦੇ ਬਾਰੇ ਕਹਾਣੀ ਨਹੀਂ ਲਿਖਦਾ। ਭਾਵ ਸਿਰਫ ਮਤੀ ਦਾਸ ਜੀ ਦੀ ਸ਼ਹੀਦੀ ਆਰੇ ਨਾ ਚੀਰ ਕੇ ਹੋਈ ਹੈ। ਗੁਰੂ ਤੇਗ ਬਹਾਦਰ ਜੀ ਦਾ ਕਤਲ ਕਰ ਦਿੱਤਾ ਗਿਆ। ਫਿਰ ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਸੀਸ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਲੈ ਗਏ ਤੇ ਧੜ ਦਾ ਸੰਸਕਾਰ ਮੱਖਣ ਸ਼ਾਹ ਲਵਾਣੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕੀਤੀ। ਇਹ ਸਾਰੇ ਅਸੀਂ ਪੜ੍ਹਦੇ ਸੁਣਦੇ ਹਾਂ। ਖੈਰ ਨੁਕਤਾ ਜਿਸ ਉੱਤੇ ਗੱਲ ਕਰਨੀ ਉਹ ਬਹੁਤ ਜ਼ਰੂਰੀ ਹੈ। ਜਦੋਂ ਭਾਈ ਮਤੀ ਦਾਸ ਜੀ ਨੇ ਇਹ ਗੱਲ ਕੀਤੀ ਤਾਂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਕਿ ਮਤੀ ਦਾਸ, ਕੀ ਤੂੰ ਸੋਚਦਾ ਕਿ ਅਸੀਂ ਇਹ ਕਰਾਮਾਤ ਨਹੀਂ ਕਰ ਸਕਦੇ? ਕੀ ਸੋਚਦਾ ਕਿ ਸਾਨੂੰ ਔਰੰਗਜ਼ੇਬ ਨੇ ਫੜਿਆ ਹੋਇਆ? ਅਸੀਂ ਤਾਂ ਆਪਣੀ ਖੁਸ਼ੀ ਨਾਲ ਇੱਥੇ ਆਏ ਹਾਂ। ਭਾਵ ਆਪਣੀ ਖੁਸ਼ੀ ਨਾਲ। ਔਰੰਗਜ਼ੇਬ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਕਿਸੇ ਦਾ ਧਰਮ ਬਚਾਉਣ ਨਹੀਂ ਆਏ, ਅਸੀਂ ਆਪਣੀ ਖੁਸ਼ੀ ਨਾਲ ਆਏ ਹਾਂ। ਕਮਾਲ ਦੀ ਗੱਲ ਹੈ। ਔਰੰਗਜ਼ੇਬ ਦੀ ਕੀ ਗਲਤੀ ਹੈ? ਜੇ ਖੁਸ਼ੀ ਨਾਲ ਕੋਈ ਜੇਲ੍ਹ 'ਚ ਜਾਣਾ ਚਾਹੇ, ਖੁਸ਼ੀ ਨਾਲ ਸ਼ਹੀਦੀ ਦੇਣਾ ਚਾਹੇ, ਹੁਣ ਸ਼ਹੀਦ ਕਰਨ ਵਾਲੇ ਦੀ, ਜੇਲ੍ਹ 'ਚ ਰੱਖਣ ਵਾਲੇ ਦੀ ਕੀ ਗਲਤੀ ਹੈ? ਸਾਫ਼ ਹੋ ਗਿਆ, ਬਰੀ ਹੋ ਗਿਆ। ਹੁਣ ਮਤੀ ਦਾਸ ਨੂੰ ਇੱਕ ਸੀਕ੍ਰੇਟ ਗੱਲ ਦੱਸਦੇ ਆ। ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਕਿ ਮਤੀ ਦਾਸ, ਇੱਕ ਗੱਲ ਜਿਹੜੀ ਸਿਰਫ ਮੈਨੂੰ ਪਤਾ, ਹੋਰ ਕਿਸੇ ਨੂੰ ਪਤਾ ਨਹੀਂ ਹੈ, ਤੇ ਉਹ ਗੱਲ ਤੈਨੂੰ ਮੈਂ ਦੱਸਦਾ। ਇਹ ਕਹਾਣੀ ਜਿਹੜੀ ਆ ਉਹ ਬੜੀ ਮਤਲਬ ਸੀਕ੍ਰੇਟ ਹੈ, ਇਹ ਸਿਰਫ ਤੈਨੂੰ ਦੱਸ ਰਿਹਾ। ਉਹ ਕੀ ਹੈ? ਮੁਸ਼ਟ ਭਾਂਗ ਸ਼੍ਰੀ ਬਾਬੇ ਲੀਨ। ਭਾਵ ਇੱਕ ਮੁੱਠ ਭੰਗ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਈ ਸੀ। ਮੁਸ਼ਟ ਭਾਂਗ ਸ਼੍ਰੀ ਬਾਬੇ ਲੀਨ, ਰਾਜ ਹਿੰਦ ਬਾਬਰ ਕੋ ਦੀਨ। ਬਾਬਰ ਨੂੰ ਉਸਨੇ ਹਿੰਦੁਸਤਾਨ ਦਾ ਰਾਜ ਦਿੱਤਾ ਸੀ। ਹੁਣ ਇਹ ਜਿਹੜੀ ਦੇਣ ਲੈਣ ਹੋਇਆ, ਇਹ ਵਾਪਸ ਨਹੀਂ ਹੋ ਸਕਦਾ। ਇਸ ਕਰਕੇ ਉਹ ਮੁਗਲਾਂ ਤੋਂ ਰਾਜ ਲੈਣ ਲਈ ਸਾਨੂੰ ਆਪਣਾ ਸਿਰ ਦੇਣਾ ਪੈਣਾ ਹੈ। ਇਹ ਸ਼ਹੀਦੀ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਹੋਈ ਹੈ, ਉਹ ਕਿਸੇ ਧਰਮ ਦੇ, ਕਿਸੇ ਵਿਚਾਰਾਂ ਦੀ ਰੱਖਿਆ ਲਈ ਨਹੀਂ ਹੋਈ। ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਸੰਤੋਖ ਸਿੰਘ ਇਹ ਕਹਿ ਰਹੇ ਨੇ, ਇਹ ਸ਼ਹੀਦੀ ਕਿਸੇ ਵਿਚਾਰਾਂ ਦੀ ਰੱਖਿਆ ਵਾਸਤੇ ਨਹੀਂ ਹੋਈ, ਸਗੋਂ ਇਹ ਤਾਂ ਕਰਜ਼ ਚੁੱਕਿਆ ਸੀ ਜੋ ਬਾਬੇ ਨਾਨਕ ਨੇ ਇੱਕ ਮੁੱਠ ਭੰਗ ਦੀ ਲੈ ਕੇ ਬਾਬਰ ਕੋਲੋਂ, ਤੇ ਉਹ ਕਰਜ਼ ਚੁਕਾਉਣਾ ਹੈ, ਇਸ ਲਈ ਸਾਨੂੰ ਸਿਰ ਦੇਣਾ ਹੈ। ਔਰੰਗਜ਼ੇਬ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ, ਕਿਉਂਕਿ ਜਦ ਕਰਜ਼ਾ ਚੁਕਾਉਣਾ ਉਹਦੀ ਕਾਹਦੀ ਗਲਤੀ ਹੋਈ ਅੱਗੋਂ। ਹੁਣ ਇਹ ਕੋਈ ਪੁੱਛੇ ਕਵੀ ਸੰਤੋਖ ਸਿੰਘ ਜੀ ਨੂੰ ਕਿ ਭਾਈ ਜਦੋਂ ਇਹ ਗੱਲ ਹੋਈ, ਉਦੋਂ ਇੱਕ ਤਾਂ ਸੀ ਉੱਥੇ ਭਾਈ ਮਤੀ ਦਾਸ, ਇੱਕ ਸੀ ਗੁਰੂ ਤੇਗ ਬਹਾਦਰ,
ਇੱਕ ਹੋਰ ਕਵੀ ਸਾਹਿਬ ਕਹਿੰਦੇ ਨੇ ਕਿ ਕੋਈ ਮੁਸਲਮਾਨ ਅਹਿਲਕਾਰ ਇਹ ਗੱਲਾਂ ਸੁਣ ਰਿਹਾ ਸੀ। ਉਸਨੇ ਇਹ ਗੱਲਾਂ ਜਾ ਕੇ ਦੱਸੀਆਂ ਔਰੰਗਜ਼ੇਬ ਨੂੰ। ਔਰੰਗਜ਼ੇਬ ਨੇ ਉਸ ਤੋਂ ਬਾਅਦ ਹੀ ਮਤੀ ਦਾਸ ਨੂੰ ਆਰੇ ਨਾਲ ਜੋ ਸ਼ਹੀਦ ਕਰਾਇਆ ਫੱਟਿਆਂ 'ਚ ਬੰਨ੍ਹ ਕੇ। ਹੁਣ ਇਹਦਾ ਮਤਲਬ ਇਹ ਹੋਇਆ ਜੋ ਕਵੀ ਸੰਤੋਖ ਸਿੰਘ ਨੇ ਇਤਿਹਾਸ ਲਿਖਿਆ ਹੈ, ਇਸ ਨੂੰ ਕਿਸੇ ਸਿੱਖ ਨੇ ਤਾਂ ਦੱਸਿਆ ਨਹੀਂ ਹੋ ਸਕਦਾ। ਇਹ ਮੁਗਲਾਂ ਨੇ ਦੱਸਿਆ ਆਪਣੇ ਆਪ ਨੂੰ ਸੇਫ ਕਰਨ ਲਈ ਵੀ ਸਾਡੀ ਕੋਈ ਗਲਤੀ ਨਹੀਂ। ਇਹ ਤਾਂ ਗੁਰੂ ਤੇਗ ਬਹਾਦਰ ਨੇ ਆਪੇ ਹੀ ਸੀਸ ਦੇਣ ਅਗਰ ਦੱਸਿਆ ਹੈ। ਅਗਰ ਇਸਨੇ ਬਣਾਇਆ ਹੈ ਫਿਰ ਵੀ ਬੇਈਮਾਨੀ ਹੈ। ਜੇ ਸਾਡੇ ਦੁਸ਼ਮਣ ਦੇ ਦੱਸੇ ਹੋਏ ਇਤਿਹਾਸ ਨੂੰ ਇਹ ਲਿਖ ਰਿਹਾ ਫਿਰ ਵੀ ਬੇਈਮਾਨੀ ਹੈ, ਕਿਉਂਕਿ ਇਹ ਤਾਂ ਕਹਿ ਰਿਹਾ ਕਿ ਮੈਂ ਰਾਮ ਕੌਰ ਜੀ ਤੋਂ ਸੁਣ ਕੇ ਲਿਖਿਆ। ਅਗਰ ਰਾਮ ਕੌਰ ਜੀ ਵੀ ਇਹ ਮੁਸਲਮਾਨਾਂ ਤੋਂ ਸੁਣ ਕੇ ਦੱਸ ਰਿਹਾ ਫਿਰ ਉਸ ਦੀ ਵੀ ਬੇਈਮਾਨੀ ਹੈ, ਕਿਉਂਕਿ ਸਾਡਾ ਦੁਸ਼ਮਣ ਸਾਡੇ ਬਾਰੇ ਸੱਚੀ ਗੱਲ ਕਿਉਂ ਦੱਸੇਗਾ? ਉਹਨੂੰ ਕੀ ਲੋੜ ਪਈ ਹੈ? ਉਹ ਤਾਂ ਬੁਰੀਆਂ ਗੱਲਾਂ ਦੱਸੇਗਾ। ਤੇ ਅਗਰ ਐਸਾ ਹੋਇਆ ਹੈ ਤੇ ਇਹਦਾ ਮਤਲਬ ਜਾਂ ਤਾਂ ਰਾਮ ਕੌਰ ਜੀ ਨੇ ਗਲਤੀ ਕੀਤੀ ਹੈ ਜਾਂ ਕਵੀ ਸੰਤੋਖ ਸਿੰਘ ਜੀ ਨੇ ਗਲਤੀ ਕੀਤੀ ਹੈ। ਹੁਣ ਜੋ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਬਹੁਤ ਸੀਰੀਅਸ ਬਿੰਦੂ ਹੈ ਜਿਸ ਨੂੰ ਸਮਝਣਾ ਬਹੁਤ ਲਾਜ਼ਮੀ ਹੈ। ਅੱਜ ਤੱਕ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਹਿੰਦੁਸਤਾਨ ਜਿਹੜਾ ਸਦੀਆਂ ਤੋਂ ਗੁਲਾਮ ਸੀ, ਉਸ ਦੀ ਆਜ਼ਾਦੀ ਦਾ ਬੰਨ੍ਹ ਨੂੰ ਸਿੱਖ ਗੁਰੂ ਸਾਹਿਬਾਨ ਨੇ ਬੱਧਾ ਤੇ ਉਸ ਸਾਰੇ ਉਦਮ ਉਪਰਾਲੇ ਕਰਕੇ, ਕਿਉਂਕਿ ਹਿੰਦੁਸਤਾਨ ਵਰਨ ਆਸ਼ਰਮ ਵਿੱਚ ਵੰਡਿਆ ਹੋਇਆ ਸੀ, ਔਰਤ ਨੂੰ ਕੋਈ ਸਥਾਨ ਨਹੀਂ ਸੀ, ਭਾਵ ਕੁਝ ਗੁਣੇ ਚੁਣੇ ਬੰਦਿਆਂ ਨੂੰ ਛੱਡ ਕੇ ਬਾਕੀ ਕਿਸੇ ਦੀ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਸੀ। ਗੁਰੂ ਸਾਹਿਬਾਨ ਨੇ ਸਾਰਿਆਂ ਨੂੰ ਬਰਾਬਰਤਾ ਤੇ ਲਿਆਂਦਾ, ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ। ਉਸ ਨਾਲ ਸਮਾਜ ਨੇ ਤਾਕਤ ਫੜੀ, ਸੱਚ ਦੇ ਮਾਰਗ ਤੇ ਲੋਕੀ ਆਏ ਤਾਂ ਸਾਰੇ ਜ਼ਾਬਰਾਂ ਨਾਲ, ਸਾਰੇ ਜ਼ੁਲਮ ਕਰਨ ਵਾਲਿਆਂ ਨਾਲ ਮੱਥਾ ਲਾਇਆ ਤੇ ਹਿੰਦੁਸਤਾਨ ਦਾ ਉਹ ਦਰਵਾਜ਼ਾ ਜਿੱਥੋਂ ਧਾੜਵੀ ਆਉਂਦੇ ਸੀ ਅਫਗਾਨਿਸਤਾਨ ਤੋਂ ਵਾਲੇ ਪਾਸੇ ਤੋਂ, ਉਸ ਨੂੰ ਬੰਦ ਕੀਤਾ। ਬੰਦ ਹੀ ਨਹੀਂ ਕੀਤਾ, ਸਗੋਂ ਜਮਰੌਦ ਦੇ ਕਿਲੇ ਤੱਕ ਸਿੱਖਾਂ ਨੇ ਆਪਣੇ ਝੰਡੇ ਚੁਲਾਏ। ਉਹਨਾਂ ਦੇ ਇਲਾਕਿਆਂ 'ਚ ਵੀ ਮੱਲੀਆਂ। ਇਹ ਅਸੀਂ ਹੁਣ ਤੱਕ ਪੜ੍ਹਦੇ ਸੁਣਦੇ ਸੁਣਾਉਂਦੇ ਸਨ। ਪਰ ਕਵੀ ਸੰਤੋਖ ਸਿੰਘ ਦੀ ਇੱਕ ਲਾਈਨ ਨੇ ਇਹ ਸਿੱਧ ਕਰ ਦਿੱਤਾ ਕਿ ਭਾਈ ਅਸੀਂ ਹਿੰਦੁਸਤਾਨ ਦੇ ਲਈ ਕੋਈ ਭਲੇ ਦਾ ਕੰਮ ਨਹੀਂ ਕੀਤਾ। ਜਿਹੜੀ ਹਿੰਦੁਸਤਾਨ ਦੀ ਗੁਲਾਮੀ ਰਹੀ ਹੈ 1526 ਈਸਵੀ ਤੋਂ ਲੈ ਕੇ ਜਦੋਂ ਤੱਕ ਮੁਗਲਾਂ ਦਾ ਆਖਰੀ ਰਾਜਾ ਰਿਹਾ ਹੈ, ਉਹ ਸਾਰੀ ਗੁਲਾਮੀ ਦਾ ਕਾਰਨ ਕੀ ਸੀ? ਇੱਕ ਮੁੱਠ ਭੰਗ ਦੀ ਜਿਹੜੀ ਗੁਰੂ ਨਾਨਕ ਨੇ ਬਾਬਰ ਤੋਂ ਲਈ ਸੀ। ਇਹ ਮਹਾਨ ਕਵੀ ਜਿਸ ਨੂੰ ਪਤਾ ਨਹੀਂ ਚੂੜਮਣੀ ਕੀ ਕੁਛ ਉਹਦੇ ਨਾਲ ਤਖੱਲਸ ਲਾ ਕੇ ਸਾਰੀ ਸਿੱਖ ਕੌਮ ਪਤਾ ਨਹੀਂ ਕੀ ਹੋ ਗਿਆ, ਮੈਨੂੰ ਸਮਝ ਨਹੀਂ ਆਉਂਦੀ, ਕਿਉਂਕਿ ਜ਼ਹਿਰ ਦੀ ਇੱਕ ਚੁਟਕੀ ਬਹੁਤ ਹੁੰਦੀ ਹੈ। ਭਾਵੇਂ ਬਾਕੀ ਸਾਰਾ ਭੋਜਨ ਸੋਹਣੇ ਦੇਸੀ ਘੇ 'ਚ ਬਣਾਇਆ ਹੋਵੇ। ਜਿਹੜਾ ਗੇਮ ਖੇਲਦੇ, ਹਾਕੀ ਫੁੱਟਬਾਲ ਕੋਈ ਵੀ ਗੇਮ ਖੇਲਦੇ ਆ, ਗੋਲ ਕਰਨ ਨੂੰ ਕੁਝ ਫ੍ਰੈਕਸ਼ਨ ਆਫ ਸੈਕੰਡ ਲੱਗਦਾ ਹੈ। ਗੇਮ 1.5 ਘੰਟੇ ਦਾ ਹੁੰਦਾ ਹੈ, ਪਰ ਗੋਲ ਜਿੱਤਦਾ ਉਹ ਹੈ ਜਿਹੜਾ ਗੋਲ ਕਰ ਜਾਂਦਾ। ਇਹ ਜਿਹੜਾ ਸਾਰੇ ਸਾਡੇ ਗੁਰੂ ਸਾਹਿਬਾਨ ਦੀ ਬਹੁਤ ਉਸਤਤ ਕਰਦਾ ਹੈ, ਕਵੀ ਬਹੁਤ ਉਸਤਤ ਕਰਦਾ ਹੈ। ਉਹ ਕੁਝ ਵੀ ਕਰ ਸਕਦੇ ਆ, ਬਾਹਰ ਆ ਸਕਦੇ, ਅੰਦਰ ਆ ਸਕਦੇ, ਮਾਰ ਸਕਦੇ ਆ, ਇਹ ਕਰ ਸਕਦੇ ਆ। ਪੂਰੀ ਐਂ ਲੱਗਦਾ ਪੂਰਨ ਸਿੱਖ ਹੈ, ਬਹੁਤ ਹੀ ਜੁੜਿਆ ਹੋਇਆ ਗੁਰੂ ਨਾਲ। ਪਰ ਉਹਦੇ ਅੰਦਰ ਜਿਹੜੀ ਗੱਲ ਹੈ ਉਹ ਅਖੀਰ ਤੇ ਜ਼ਾਹਰ ਕਰਦਾ ਹੈ ਕਿ ਆਹ ਗੱਲ ਬੜੀ ਸੀਕ੍ਰੇਟ ਹੈ, ਬੜੀ ਗੁਪਤ ਹੈ। ਤੈਨੂੰ ਦੱਸਦਾ ਕਿ ਇਹ ਜਿਹੜਾ ਸਭ ਕੁਝ ਹੋਇਆ ਇਹ ਤਾਂ ਬਾਬੇ ਨਾਨਕ ਨੇ ਇੱਕ ਮੁੱਠ ਭੰਗ ਦੀ ਲਈ ਤਾਂ ਮੁਗਲਾਂ ਨੂੰ ਹਿੰਦੁਸਤਾਨ ਸੌਂਪ ਦਿੱਤਾ। ਅੰਦਾਜ਼ਾ ਲਾਓ। ਇਹ ਐਟਮ ਬੰਬ ਹੈ, ਐਟਮ ਬੰਬ। ਇਹ ਛੋਟਾ ਮੋਟਾ ਹਥਿਆਰ ਨਹੀਂ ਹੈ। ਕਿ ਅਸੀਂ ਕੋਈ ਸਿੱਖ ਅਗਰ ਇਸ ਗ੍ਰੰਥ ਨੂੰ ਆਪਣੇ ਗਲ ਨਾਲ ਲਾਈ ਰੱਖਣਾ, ਕੱਲ ਨੂੰ ਤੁਹਾਨੂੰ ਕੋਈ ਬੰਦਾ ਪੁੱਛ ਲੈ ਕਿ ਭਈ ਤੁਸੀਂ ਤਾਂ ਸਾਡਾ ਕੀਤਾ ਬੇੜਾ ਗਰਕ, ਇਹ ਤੁਹਾਡਾ ਗ੍ਰੰਥ ਹੈ, ਕਹਿ ਰਿਹਾ ਕਿ ਤੁਹਾਡੇ ਗੁਰੂ ਨੇ ਪੂਰੇ ਹਿੰਦੁਸਤਾਨ ਨੂੰ ਗੁਲਾਮ ਬਣਾ ਦਿੱਤਾ, ਇਹ ਬਾਬਰ ਕੋਲ ਵੇਚ ਦਿੱਤਾ। ਕੋਈ ਜਵਾਬ ਹੈ? ਬੇਨਤੀ ਇੱਕੋ ਹੀ ਹੈ ਕਿ ਭਾਈ ਜਿੰਨੀ ਛੇਤੀ ਹੋ ਸਕੇ ਇਸ ਗ੍ਰੰਥ ਤੋਂ ਖਹਿੜਾ ਛਡਾ ਲਓ, ਜਿੰਨੀ ਜਲਦੀ ਹੋ ਸਕੇ
कि इस नूं मत्था टेक दिओ भी इस ग्रंथ नाल साडा कोई लैना देना नहीं। जिहड़ा इतिहास पहला सुणाया ਉਹੀ सच है कि गुरु साहब ने विचारां दी आज़ादी लई अपना जो है शहादत दिती है, ना कि किसी चीज़ नूं प्राप्त करन लई भई असीं इहनूं करजा लिया सी करजा मोड़न लई। ये कहानियां सिर्फ ते सिर्फ इसलिए बनाईयां गईयां कि असीं छछोपंज विच पै जाइए, असीं कन्फ्यूज हो जाइए, असीं किसी तन पत्तन नाल लग सकीए। और सब तो वड्डी गल पूरे सिस्टम विच किते भी सिੱਖੀ दी गल नहीं है, सिर्फ पुरातन धर्म की गल हो रही है, उसनूं बचाउण दी गल हो रही है। सिੱਖੀ दा कोई किते ना निशान नहीं है। तो इस करके बार बार यही बेनती करदा भाई गुरु ग्रंथ साहब तो इलावा जिन्ने भी होर ग्रंथां नूं असीं अपने सीने नाल लाया होया है, उन्हां नूं पूरे खोल के चंगी तरह पढ़ लो। जे तुहानूं लगदा है चंगे आ ते रख लो। मैं तां जिहड़े ग्रंथ नूं हत्थ लाउणा मैनूं तां इंज लगदा भाई जदों तक ये ग्रंथ साडे विहड़े विच बैठे ने, ਉਹ ਗੁਰਪ੍ਰਤਾਪ ਸੂਰਜ ਗ੍ਰੰਥ ਹੋਵੇ, ਉਹ ਵਿਚਿੱਤਰ ਨਾਟਕ ਹੋਵੇ, ਉਹ ਬਾਲੇ ਵਾਲੀ ਜਨਮ ਸਾਖੀ ਹੋਵੇ, ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਹੋਵੇ, ਜਿਹੜੇ ਗ੍ਰੰਥ ਨੂੰ ਹੱਥ ਲਾਉਣਾ ਉੱਥੋਂ ਐਂ ਲੱਗਦਾ ਯਾਰ ਇਹ ਇਤਿਹਾਸ ਹੈ ਸਾਡਾ। ਇਹਦੇ ਲਈ ਅਸੀਂ ਕਹਿ ਰਹੇ ਹਾਂ ਵੀ ਇਹ ਗ੍ਰੰਥ ਬਹੁਤ ਮਹਾਨ ਨੇ। ਕੁਝ ਵੀ ਨਹੀਂ, ਕਿਤੇ ਕੁਝ ਨਹੀਂ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇਹਨਾਂ ਗ੍ਰੰਥਾਂ 'ਚੋਂ ਕੁਝ ਨਹੀਂ ਜੇ ਮਿਲਣਾ। ਸੋ ਇਹ ਵਿਚਾਰ ਨਵੀਂ ਖੋਜ ਹੈ, ਲੱਭ ਕੇ ਦੇਖੋ, ਸਮਝ ਕੇ ਦੇਖੋ। और एक गल होर है, एक कवि कहता गुरु तेग बहादुर के मूँह चों कढ़वा के तां सती दस नूं मती दस नूं दस रहा। ये गल मैनूं पता, किसी नूं नहीं पता, तुहानूं असली गल दस्सण लगा। पर यही लिखारी जदों गुरु नानक देव जी के बारे लिखदा है, उदों भी ये भंग की मुठ की गल करदा कि जदों सैदपुर विच उत्थे मिले सी ना, ते उथों उस वेले भंग की मुठ बाबर ने गुरु नानक नूं दित्ती। यही कवि लिखदा। भाव इस कवि नूं भंग जिहड़ी आ वो सानूं पिलाउणी पिलाउणी आ। गुरु हरगोबिंद साहब के टाइम उन्हां नूं भी भंग की पिलाउण की पूरी लिखिया। गुरु गोबिंद सिंह जी तां अंत ही करती, हद ही ला दित्ती। किन्नी बार अफीम भंग की, मतलब भंग ये साडे नाल जोड़नों नहीं जे हटदा। ਤੇ ਜੇਕਰ ਇਸ ਗ੍ਰੰਥ ਨੂੰ ਰੱਖਣਾ ਫਿਰ ਭੰਗ ਨਾਲ ਸੰਬੰਧ ਬਣਾਉਣਾ ਪੈਣਾ। ਤੇ ਜੇ ਕਹਿੰਦੇ ਭੰਗ ਨਾਲ ਸਾਡਾ ਕੋਈ ਸੰਬੰਧ ਨਹੀਂ ਫਿਰ ਇਸ ਗ੍ਰੰਥ ਨੂੰ ਛੱਡਣਾ ਪੈਣਾ। ਇਹ ਮਰਜ਼ੀ ਸੰਗਤਾਂ ਦੀ ਆ ਤੇ ਅਸੀਂ ਤੇ ਸਿਰਫ ਵਿਚਾਰ ਪੇਸ਼ ਕਰ ਸਕਦੇ ਹਾਂ। ਮੰਨਣਾ ਨਾ ਮੰਨਣਾ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜੋ ਕੁਝ ਸਮਝ ਆਇਆ ਉਹ ਦੱਸ ਰਹੇ ਹਾਂ। ਤੇ ਇਸ ਕਰਕੇ ਅੱਜ ਦੀ ਵਿਚਾਰ ਇੱਥੇ ਸੰਕੋਚਦੇ ਹਾਂ। ਤੇ ਇਤਿਹਾਸ ਹੈ ਕਿਉਂਕਿ कई सोर्सेज तो पढ़ते हैं, अगे पिछे होंदा है ते गलती हो सकती है, उस लिए भुल्लां चूकां भी माफ़ी मंगते हैं। तो यही बेनती मैं सारे वीरां भैणां दे चरनां विच करदा हां, भाई समझो समझो गुरु ग्रंथ साहब जी नाल जुड़ो। बाकी जिहड़े ग्रंथ ने इन्हां नूं नकारो, इन्हां नूं अपने विहड़े विचों कड्डो, नहीं तो गुजारा नहीं जे होना। नहीं तो जे किसी ने कल नूं क्लेम कर दिता कि इन्ने साल दे जिहड़े सानूं कष्ट भोगने पे मुगल राज दे टाइम जो साडी बेपती हुई है उसका हरजाना भरो, फिर मुश्किल हो जाएगा। से आओ जे ये वीडियो चंगी लगे तो इस नूं जरूर शेयर करो। ते मेरा चैनल सच दी खोज विद बलदेव सिंह MA इस नूं सबसक्राइब करो ताकि ये सच का सुनेहा दूर दूर तक हर सिख तक पहुँच सके। क्योंकि सिख जिहड़ा उस गुरु का सिख है जिहड़ा कहंदा सतगुरु सबना दा भला मनाएंदा। साडे लई ना साडा कोई दुश्मन है ना दोस्त है, साडे लई सब समतल है, बराबर है। धर्म कोई होवे असीं हर धर्म के बंदे नूं प्यार करना, क्योंकि हर इक्को ही मालिक सब विच वरतदा है, इक्को ही जोत सारियां विच है। हाँ, अपने विचारां नूं आज़ाद रखना। साडे विचारां ते कोई डाका मारे तो असी उसनों जवाब जरूर देना। जो राह गुरु साहब सन दस के गए ने, आओ फतेह बुलाइए। वाहिगुरू जी का खालसा, वाहिगुरू जी की फतेह।